बिस्मिल्लाहिर्रहमानिर्रहीम अस्सलाम वालेकुम व्यूअर्स, आप देख रहे हैं बिजनेस इन्फो यूट्यूब चैनल। मैं हूं बिलाल नज़ीर। आज आपकी मुलाकात एक ऐसे फार्मर से करवाने जा रहे हैं जो काटू माल लेते हैं, यानी मुख्तलिफ जगहों से बछड़े और बछड़ियां ख़रीदते हैं कम कीमत पर, और इनको वो पालते हैं। पालने के बाद इनको वंग लगाकर, इनको बनाकर और दोंदे करके ये बछड़े और बछड़ियां बेचते हैं और साथ ही साथ ये खूब मुनाफा कमाते हैं। इनकी सारी की सारी बातें और इनकी टेक्निक्स आपको सुनाते हैं उन्हीं की ज़ुबानी। तो जल्दी से हमारे चैनल को सब्सक्राइब कर दीजिए, साथ में बेल आइकन को भी दबा दीजिए, और जो फेसबुक के हमारे नाजरीन हैं वो जल्दी से हमारे पेज को फॉलो कीजिए और लाइक कीजिए ताकि आपको हमारी वीडियोस मिलती जाएं। तो आइए बिला तहीर आपकी मुलाकात करवाते हैं बहावल नगर से आए हुए एक ऐसे दोस्त की जो सियालकोट में रहते हुए बछड़े और बछड़ियों का फार्म बड़े अच्छे तरीके से चला रहे हैं। अस्सलाम वालेकुम। वालेकुम सलाम। भाईजान की हाल चाल है? ठीक ठाक। की नाम भाई जी? मोहम्मद अशरफ। मोहम्मद अशरफ साहब केड़ा इलाका है? बावनगर। ए इलाका केड़ा है? ये बाजरागढ़ी। बाजरागढ़ी केड़े जिले च? ये नहीं मैंने पता। सियालकोट जिला। सियालकोट दे विच ही होना। सियालकोट च? हां जी। ठीक हो गया। अच्छा ए दसो कि इस टाइम किन्नियां बच्चियां ते बच्चे रखे जे? 6 बच्चे ने। अच्छा ते अपने 14 बच्चियां। 14 बच्चियां ने। किन्ना चिर हो गया तुहानू रखिया? ये हो गया 8-9 महीने तक रखे। 8-9 महीने हो गए ने। 8-9 महीने पहले कित्थों लैके आए सो? कोई मुजफ्फराबाद जफरवाल। अच्छा। कोई बड़ियाने हो। ठीक है। ते कोई उरे चम। किन्ना जगह तो किन्ना मंडियां तो लैके आए? ते तुसी ये दसो कि जो लियाउंदे हा जो उदों दी उम्र किन्नी सी? उदों हैगी सी तकरीबन 9 तो 10 महीने। 10 महीने। ਤੇ ਤੁਹਾਨੂੰ ਕਿੰਨੇ ਚ ਪੈ ਗਿਆ ਫੀ ਜਾਨਵਰ? ਸਾਨੂੰ ਪੈ ਗਿਆ ਸੀ 25-26,000। 25-26,000 ਚ ਇੱਥੇ ਤੱਕ ਪੈ ਗਿਆ ਸੀ। ਠੀਕ ਹੈ। ਤੇ ਹੈ ਕਿਹੜੀ ਨਸਲ ਦੇ ਜਾਨਵਰ ਨੇ? ਇਹ ਰਲੇ ਮਿਲੇ ਨੇ। ਰਲੇ ਮਿਲੇ ਨੇ। ਹਾਂ। ਤੁਹਾਨੂੰ ਇਹਨੂੰ ਰੱਖਿਆ 8 ਮਹੀਨੇ ਹੋ ਗਏ ਨੇ। ਹਾਂ। ਤੇ 8 ਮਹੀਨਿਆਂ ਦਰਮਿਆਨ ਫੀ ਜਾਨਵਰ ਹੁਣ ਤੱਕ ਕਿੰਨਾ ਖਰਚਾ ਆ ਗਿਆ ਹੋਣਾ? ਖਰਚਾ ਤਾਂ 10,000 ਫੀ ਜਾਨਵਰ। ਠੀਕ ਹੈ। ਤੇ ਤੁਸੀਂ ਇਹਨਾਂ ਨੂੰ ਹੋਰ ਕਿੰਨਾ ਚ ਰੱਖਣਾ ਹੈ? ਬਸ ਅਸੀਂ ਇਹਨਾਂ ਨੂੰ ਇਹ ਕੁਰਬਾਨੀ ਦੇ ਲਗਭਗ ਵੇਚ ਛੱਡਣੀ। ਕੁਰਬਾਨੀ ਦੇ ਲਗਭਗ ਤੇ ਵੱਛੇ ਵੇਚੋਗੇ ਨਾ? ਆ ਬੱਚਿਆਂ ਵਿੱਚ ਜਿਹੜੀਆਂ ਵੇਗੀਆਂ ਬੱਚੀਆਂ ਜਿਹੜੀਆਂ ਵੇਗੀਆਂ ਆ ਕੋ ਨਵੀਆਂ ਹੋ ਗਈਆਂ ਫਿਰ। ਜਿਹੜੀ ਨਵੀਆਂ ਹੋ ਗਈਆਂ ਉਹਨਾਂ ਨੂੰ ਬੰਨ ਲਵਾ ਕੇ ਤਿਆਰ ਕਰਕੇ। ਠੀਕ ਹੋ ਗਿਆ। ਤੇ ਯਾਨੀ ਇਸ ਤਰ੍ਹਾਂ ਤੁਹਾਡਾ 10,000 ਖਰਚਾ ਆਇਆ, 25,000 ਦਾ ਜਾਨਵਰ ਪਿਆ, 35,000 ਆ ਗਿਆ। ਮਜ਼ੀਦ 6-7 ਮਹੀਨਿਆਂ ਚ ਹੋ ਸਕਦਾ 10,000 15,000 ਮਜ਼ੀਦ ਖਰਚਾ ਆਈਏ, ਕਿਉਂਕਿ ਹੁਣ ਜਾਨਵਰ ਵੱਡੇ ਹੋ ਗਏ ਨੇ, ਇਹਨਾਂ ਜ਼ਿਆਦਾ ਖਾਣਾ ਹੈ। ਤੇ ਤੁਹਾਡੇ ਕੁਰਬਾਨੀ ਤੇ ਉਸ ਦਿਨ ਕਿੰਨੇ ਦਾ ਵਿਕ ਜਾਏਗਾ ਜਾਨਵਰ? ਉਸ ਵੇਲੇ ਚੰਗੇ ਤਿਆਰ ਹੋ ਗਏ ਤੇ ਵਿਕ ਜਾਣਾ 70-75,000 ਰੁਪਈਆ ਦਾ। ਇਸ ਟਾਈਮ ਕਿੰਨੇ ਦਾ? ਇਸ ਵੇਲੇ 40-45,000 ਦਾ। 40-45,000 ਦਾ। ਯਾਨੀ ਇਸ ਟਾਈਮ ਇਹ ਤੁਹਾਨੂੰ 10,000 ਮੁਨਾਫਾ ਦੇ ਰਿਹਾ ਫੀ ਜਾਨਵਰ। ਤੇ ਜੇ ਕੁਰਬਾਨੀ ਤੱਕ ਤੁਸੀਂ ਮਜ਼ੀਦ ਰੱਖੋ ਤੇ ਫਿਰ ਤੁਹਾਡਾ ਮੁਨਾਫਾ ਡਬਲ ਹੋ ਜਾਏਗਾ। ਜ਼ਬਰਦਸਤ। ਇਹਨਾਂ ਨੂੰ ਤੁਸੀਂ ਅੱਜ ਕੱਲ੍ਹ ਖਿਲਾ ਪਿਲਾ ਕੇ ਰਹੇ ਹੋ? ਬਸ ਇਹੀ ਪਰੂਲ ਪਾਉਂਦੇ ਪਏ ਇੱਥੇ। ਪਰਾਲੀ? ਪਰਾਲੀ। ਹੋਰ ਬਸ ਸੁੱਕੀ ਪਰਾਲੀ ਦੇ ਬਚ ਜਾਂਦੇ? ਸਟਾਲਾ ਆ ਜੀ ਪਾਉਂਦੇ ਮਿਕਸ ਕਰਕੇ ਕੁੱਤਰ ਕੇ ਪਾਉਂਦੇ ਹੋ? ਕਿੰਨਾ ਕੁ ਪਾਉਂਦੇ ਹੋ? ਪਾਣੇ ਤਕਰੀਬਨ ਕੁਝ 5-6 ਪੰਡਾ। 5-6 ਪੰਡਾ। ਇਹਨਾਂ ਨੂੰ ਕੋਈ ਮਸਲਾ ਵੀ ਹੁੰਦਾ ਹੈ? ਹਾਂ, ਚਿਚੜੀਆਂ ਪੈ ਜਾਂਦੀਆਂ। ਫਿਰ ਉਹਦਾ ਕੀ ਹੱਲ ਕਰਦੇ ਹੋ? ਟੀਕਾ ਲਵਾਈ ਦਾ ਡਾਕਟਰ ਸਲਾਹ। ਕਿੰਨਾ ਚਿਰ ਟੀਕਾ ਨਿਕਲ ਜਾਂਦਾ ਹੈ? 3 ਮਹੀਨੇ। 3 ਮਹੀਨੇ ਨਿਕਲਦਾ? ਇਸ ਤੋਂ ਇਲਾਵਾ ਹੋਰ ਵੀ ਕੋਈ ਮਸਲਾ ਹੁੰਦਾ ਹੈ? ਬਸ ਇਹਨੂੰ ਨੈਲਜਨ ਪਲੱਸ ਪਿਆਣੇ ਕੀੜੇ ਵਾਲਾ। ਅੱਛਾ। ਉਹ ਕਿੰਨੇ ਮਹੀਨੇ ਬਾਅਦ? ਉਹ ਵੀ 3 ਮਹੀਨੇ ਬਾਅਦ। ਉਹ ਵੀ 3 ਮਹੀਨੇ ਬਾਅਦ। ਇਹ ਜਾਨਵਰ ਠੀਕ ਰਹਿੰਦੇ ਨੇ? ਠੀਕ ਹੈ। ਜ਼ਬਰਦਸਤ। ਤੇ ਇਹ ਦੱਸੋ ਕਿ ਇਹ ਹੈ ਕਿਹੜੀ ਨਸਲ ਦੇ ਜਾਨਵਰ ਜੇ? ਇਹ ਰਲੇ ਮਿਲੇ ਨੇ। ਦੋਗਲੇ? ਦੋਗਲੇ। ਯਾਨੀ ਐਂ ਜੀ ਤੁਸੀਂ ਕਾਟੂ ਮਾਲ ਫੜਿਆ? ਹਾਂ। ਜ਼ਬਰਦਸਤ। ਤੇ ਕਿਆ ਤੁਸੀਂ ਇਹ ਵੀ ਕੋਈ ਸਕੀਮ ਰੱਖੀ ਕਿ ਕੋਈ ਗਾਇ ਚੰਗੀ ਨਿਕਲ ਆਏ ਤੁਹਾਨੂੰ ਸੂਣ ਵਾਲੀ ਕਰਕੇ ਵੇਚਦੇ ਹੋ? ਇਹ ਤਾਂ ਫਿਰ ਚੰਗੀ ਜਿਹੜੀ ਨਿਕਲੂ ਸੂਣ ਵਾਲੇ ਘਰ ਤੇ ਵੇਚਣਾ। ਅੱਛਾ। ਉਹ ਕਿੰਨੇ ਦੀ ਵਿਕ ਜਾਂਦੀ? ਉਹ ਚੰਗੇ ਪੈਸੇ ਨਾਲ ਵਿਕ ਜਾਂਦੀ, ਮਤਲਬ 25-30,000 ਦੀ, 1,25,000 ਦੀ, 40,000 ਯਾਨੀ 1.25 ਲੱਖ 1,40,000 ਤੱਕ ਫਿਰ ਵਿਕ ਜਾਂਦੀ ਹੈ ਜੇ ਕੋਈ ਚੰਗੀ ਗਾਂ ਨਿਕਲ ਆਏ ਤੇ। ਠੀਕ ਹੋ ਗਿਆ। ਅੱਛਾ ਸਰ, ਇਹ ਦੱਸੋ ਕਿ ਤੁਸੀਂ ਜਾਨਵਰ ਖੁੱਲੇ ਰੱਖਦੇ ਹੋ ਕਿ ਬੰਨ ਕੇ ਰੱਖਦੇ ਹੋ? ਇਹ ਖੁੱਲੇ ਰੱਖਦੇ। ਖੁੱਲੇ ਰੱਖਦੇ ਹੋ। ਤੇ ਸ਼ੈੱਡ ਕਿੰਨੀ ਕੁ ਜਗ੍ਹਾ 'ਚ ਬਣਾਇਆ ਜਾਏ? ਕੋਈ 10 ਮਰਲੇ। 10 ਮਰਲੇ 'ਚ? 10 ਮਰਲੇ ਤੇ ਖੁੱਲਾ ਹੀ ਹੋਣਾ? ਹਾਂ, ਖੁੱਲਾ ਤੇ ਅੱਗੇ ਕੋਈ ਲੱਕੜੀ ਜਗ੍ਹਾ ਨਾ। 10 ਮਰਲੇ ਛੱਤਿਆ ਵੀ ਹੈ? 10 ਮਰਲੇ ਛੱਤਿਆ ਜੀ। ਠੀਕ ਹੋ ਗਿਆ। ਅੱਛਾ, ਇਹ ਦੱਸੋ ਕਿ ਇਹਨਾਂ ਦੇ ਪਾਣੀ ਦਾ ਕੀ ਬੰਦੋਬਸਤ ਕਰਦੇ ਹੋ? ਟਾਪ ਰੱਖੇ ਨੇ ਇਹਦੇ ਵਿੱਚ ਹੀ? ਤਾਂ ਹੱਥੋਂ ਹੀ ਪੀ ਜਾਂਦੇ ਨੇ? ਟਾਪ ਨੂੰ ਕਾਹਦੇ ਨਾਲ ਭਰਦੇ ਹੋ? ਟਾਪ ਪਾਈਪ ਮੋਟਰ ਦਾ ਲੱਗਾ? ਜ਼ਬਰਦਸਤ। ਬਿਮਾਰ ਵੀ ਕਦੀ ਕੋਈ ਜਾਨਵਰ ਹੋ ਜਾਂਦਾ ਵਿੱਚੋਂ? ਹੋ ਜਾਂਦਾ ਅਕਸਰ ਬਿਮਾਰ ਤਾਂ ਵਿੱਚ। ਫਿਰ ਉਹਦਾ ਕੀ ਕਰਦੇ? ਡਾਕਟਰ ਸਵਾਦ ਦਵਾਈ ਦਵਾਣੇ, ਟੀਕੇ ਲਵਾਉਣੇ। ਬਿਮਾਰੀ ਕਿਹੜੀ ਲੱਗਦੀ ਇਹਨਾਂ ਨੂੰ? ਬਿਮਾਰੀ ਅਕਸਰ ਹੀ ਲੱਗ ਜਾਂਦੀ ਕੁੜੀ ਵੀ, ਠੰਡ ਲੱਗ ਜਾਂਦੀ ਸਰਦੀਆਂ ਦੇ ਵਿੱਚ ਨਾ। ਤੇ ਫਿਰ ਉਹ ਤੂੰ ਕਿਸ ਤਰ੍ਹਾਂ ਬਚਾਉਂਦੇ ਹੋ? ਇਹ ਜੀ ਠੰਡ ਸਭ ਲੱਗ ਜਾਂਦੀ ਹੈ, ਇਸਨੂੰ ਕੋਈ ਮਤਲਬ ਗਰਮੂਸ਼ ਦੇ ਛੜੀ ਦੀ। ਅੱਛਾ। ਛੋੜ ਖਵਾ ਦਿੰਦਾ ਜੀ। ਅੱਛਾ। ਇਸ ਤਰ੍ਹਾਂ ਜਿਹੜਾ ਹੋਰ ਬਸ
ਸਰ ਤੁਸੀਂ ਇਹ ਦੱਸੋ ਕਿ ਤੁਹਾਡਾ ਕਾਫੀ ਤਜਰਬਾ ਹੈ, ਦੁੱਧ ਵਾਲਾ ਕੰਮ 'ਚ ਜ਼ਿਆਦਾ ਫਾਇਦਾ ਰਹਿੰਦਾ ਜਾਂ ਕਾਟੂ ਮਾਲ ਰੱਖਣ 'ਚ? ਕਾਟੂ ਜ਼ਿਆਦਾ ਫਾਇਦਾ ਰਹਿੰਦਾ। ਕਿਸ ਤਰ੍ਹਾਂ? ਇਹਨਾਂ ਦੀ ਕੇਅਰ ਘੱਟ ਹੁੰਦੀ ਜੀ। ਅੱਛਾ। ਹਾਂ ਜੀ, ਛੋਟੇ ਲੈ ਮਤਲਬ ਜਿਹੜਾ ਛੇਤੀ ਮੁਨਾਫਾ ਆ ਜਾਂਦਾ ਨਾ। ਦੁੱਧ ਵਾਲੇ 'ਚ ਵੈਸੇ ਮੁਨਾਫਾ ਤੇ ਡੇਲੀ ਬੇਸਿਸ ਤੇ ਹੁੰਦਾ ਨਾ? ਉਹ ਤਾਂ ਨਹੀਂ ਜੀ, ਇਹਨਾਂ ਦਾ ਜ਼ਿਆਦਾ ਇਸ ਤਾਂ ਮੁਨਾਫਾ ਸਮਝਦੇ ਇਹਦੇ 'ਚ ਜ਼ਿਆਦਾ ਮੁਨਾਫਾ ਹੁੰਦਾ ਦੇਰ ਬਾਅਦ ਲੇਕਿਨ ਜ਼ਿਆਦਾ ਹੋ ਜਾਂਦਾ। ਅੱਛਾ, ਦੋਸਤਾਂ ਨੂੰ ਕੀ ਮਸ਼ਵਰਾ ਦੇਵੋਗੇ ਇਹਨਾਂ ਦੇ ਹਵਾਲੇ ਨਾਲ? ਵੀ ਇਹ ਡੰਗਰ ਮਤਲਬ ਜਿਹੜਾ ਛੋਟਾ ਡੰਗਰ ਲਿਆਵਣ ਜੀ, ਮਾੜਾ ਡੰਗਰ ਲਿਆਵਣ, ਉਹਨੂੰ ਕੇਅਰ ਚੰਗੀ ਕਰਨ, ਉਹਨੂੰ ਸਾਂਭ ਲੈਣ, ਚੰਗਾ ਛੇਤੀ ਤਿਆਰ ਹੋ ਜਾਵੇ। ਮਾੜਾ ਕਿਉਂ ਲਿਆਣ? ਮਾੜਾ ਫਿਰ ਚੰਗੇ ਤੇ ਫਿਰ ਚੰਗੇ ਪੈਸੇ ਲੱਗਣੇ ਨੇ। ਸਹੀ ਹੈ, ਯਾਨੀ ਮਾੜੇ ਦੇ ਕੋਈ ਸਸਤਾ ਜਿਹੜਾ ਕੋਈ ਮਾੜਾ ਲਿੱਸਾ ਵੇਚ ਲੈ ਲਓ, ਉਹਨੂੰ ਘਰ ਤਿਆਰੀ ਕਰੋ ਜੀ। ਸਹੀ ਹੈ, ਯਾਨੀ ਸਸਤਾ ਲਿਆ ਕੇ ਉਹਦੀ ਕੇਅਰ ਕਰਕੇ ਤੇ ਉਹਦੇ 'ਚੋਂ ਅਸਲ ਮੁਨਾਫਾ ਤੁਸੀਂ ਕਮਾ ਲਓ। ਠੀਕ ਹੈ, ਇਹ ਤਜਰਬਾ ਤੁਸੀਂ ਕਰ ਬੈਠੇ ਹੋ। ਹਾਂਜੀ ਸਹੀ ਹੈ। ਤੇ ਲੈਣ ਕਿੱਥੋਂ ਮਾਲ? ਪਿੰਡਾਂ 'ਚੋਂ ਲੈਣ, ਮੰਡੀਆਂ 'ਚ ਲੈਣ ਜਾਂ ਫਿਰ ਲੱਭ ਜੇ ਪਿੰਡਾਂ 'ਚ ਚੰਗਾ ਬਿਹਤਰ ਤੁਰ ਫਿਰ ਤੇ ਲੈਣ। ਇੱਕ ਜਗ੍ਹਾ ਤੋਂ ਤਾਂ ਨਹੀਂ ਲੱਭਦਾ? ਇੱਕ ਜਗ੍ਹਾ ਤੋਂ ਕਿਉਂ ਲੱਭਦਾ ਜੀ, ਤੁਰ ਫਿਰ ਤੇ ਲੈਣ ਜੀ। ਸਹੀ ਹੈ, ਬਹੁਤ ਸ਼ੁਕਰੀਆ, ਤੁਸੀਂ ਬੜੀ ਮੁਫੀਦ ਮਾਲੂਮਾਤ ਦਿੱਤੀ ਹੈ।